ਮਨਪ੍ਰੀਤ ਜੀ, ਕੈਨੇਡਾ ਤੋਂ ਬਾਅਦ ਹੁਣ ਭਾਰਤ ਵੱਲੋਂ ਵੀ ਕੈਨੇਡਾ ਦੇ ਇੱਕ ਟੌਪ ਡਿਪਲੋਮੈਟ ਨੂੰ 5 ਦਿਨਾਂ ਦਾ ਸਮਾਂ ਦਿੱਤਾ ਗਿਆ ਕਿ ਤੁਸੀਂ ਮੁਲਕ ਛੱਡ ਕੇ ਚਲੇ ਜਾਓ, ਐਕਸਪੈਲ ਕੀਤਾ ਜਾ ਰਿਹਾ। ਬਿਲਕੁਲ ਇੱਕ ਤਰ੍ਹਾਂ ਦੀ ਕਾਰਵਾਈ ਦੀ ਇਸ ਦੀ ਸਾਨੂੰ ਸਾਰਿਆਂ ਨੂੰ ਉਮੀਦ ਸੀ ਕਿ ਜਦੋਂ ਕੈਨੇਡੀਅਨ ਗਵਰਨਮੈਂਟ ਨੇ ਪਵਨ ਕੁਮਾਰ ਰਾਏ, ਇੱਕ ਆਈਪੀਐਸ ਆਫੀਸਰ ਜੋ ਰਿਸਰਚ ਐਂਡ ਐਨਾਲਿਸਿਸ ਵਿੰਗ ਜਿਹਨੂੰ ਅਸੀਂ ਰॉ ਕਹਿੰਦੇ ਆ, ਭਾਰਤ ਦੀ ਉਹ ਖੂਫੀਆ ਏਜੰਸੀ ਦੇ ਵਿੱਚ ਉਹ ਪੋਸਟਡ ਸੀ, ਆਟਵਾ ਉਹ ਪੋਸਟਡ ਸੀ, ਤੇ ਉਹਨਾਂ ਨੂੰ ਉੱਥੇ ਚਲਤਾ ਕਰ ਦਿੱਤਾ ਗਿਆ, ਭਾਰਤ ਵਾਪਸ ਭੇਜਣ ਲਈ ਕਹਿ ਦਿੱਤਾ ਗਿਆ। ਇਸੇ ਤਰ੍ਹਾਂ ਦੀ ਕਾਰਵਾਈ ਦੀ ਉਮੀਦ ਕੀਤੀ ਜਾ ਰਹੀ ਸੀ ਵਾਸੂ ਜੀ, ਭਾਰਤ ਸਰਕਾਰ ਵੱਲੋਂ ਵੀ। ਔਰ ਉਹਨਾਂ ਨੇ ਓਲੀਵਰ ਸਿਲਵਸਟਰ, ਇਹ ਵੀ ਕੈਨੇਡੀਅਨ ਇੰਟੈਲੀਜੈਂਸ ਏਜੰਸੀ ਦੇ ਚੀਫ ਨੇ, ਸਟਾਫ ਚੀਫ ਨੇ, ਔਰ ਇਹਨਾਂ ਨੂੰ ਜਿਸ ਤਰ੍ਹਾਂ ਤੁਸੀਂ ਵੀ ਦੱਸਿਆ ਕਿ 5 ਦਿਨਾਂ ਦੇ ਅੰਦਰ ਅੰਦਰ ਇਹਨਾਂ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਆਪਣਾ ਇੱਥੋਂ ਬੋਰੀਆ ਬਿਸਤਰ ਗੋਲ ਕਰਕੇ ਚਲੇ ਜਾਓ। ਤਾਂ ਇਸ ਤਰ੍ਹਾਂ ਦੀ ਕਾਰਵਾਈ ਦੀ ਉਮੀਦ ਸੀ। ਇਹ ਜਿਹੜੀ ਸਾਰੀ ਕਾਰਵਾਈ ਹੈ ਜਾਂ ਆਪਸ ਦੇ ਵਿੱਚ ਹੁਣ ਜੋ ਮਤਭੇਦ ਉੱਭਰੇ ਨੇ, ਇੱਕ ਹਰਦੀਪ ਸਿੰਘ ਨਿੱਜਰ ਦੇ ਕਤਲ ਨੂੰ ਲੈ ਕੇ, ਇਹ ਕਿੰਨੀ ਕੁ ਦੇਰ ਅੱਗੇ ਚੱਲਦੇ ਨੇ, ਕਿਉਂਕਿ ਇਹਦੇ ਵਿੱਚ ਹੁਣ ਆਪਾਂ ਨੂੰ ਪਤਾ ਹੀ ਹੈ ਕਿ ਯੂਕੇ ਨੇ, ਯੂਐਸ ਨੇ, ਆਸਟ੍ਰੇਲੀਆ ਨੇ ਵੀ ਆਪਣੇ ਬਿਆਨ ਦਿੱਤੇ ਨੇ। ਔਰ ਇੱਕ ਚੀਜ਼ ਹੋਰ ਮੈਂ ਤੁਹਾਨੂੰ ਇੱਥੇ ਜ਼ਰੂਰ ਵਾਸੂ ਜੀ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਸਾਰੀ ਘਟਨਾ, ਉਹ ਇੱਥੋਂ ਪਤਾ ਲੱਗਦਾ ਕਿ ਇਹਨਾਂ ਦੀ ਇੱਕ ਏਜੰਸੀ ਹੈ, ਸਾਰਿਆਂ ਦਾ ਇੱਕ ਕੋਲੈਬੋਰੇਟਿਵ ਆਪਰੇਸ਼ਨ ਕਹਿ ਲਓ, ਜਾਂ ਉਹ ਏਜੰਸੀ ਹੈ ਇੰਟੈਲੀਜੈਂਸ ਜਿਹਨੂੰ ਅਸੀਂ 5 ਆਈਜ਼ ਵੀ ਕਹਿ ਦਿੰਦੇ ਆ। ਇਹਨਾਂ ਤਿੰਨਾਂ ਮੁਲਕਾਂ ਤੋਂ ਇਲਾਵਾ ਕੈਨੇਡਾ ਤਾਂ ਹੈ ਹੀ ਆ, ਇੱਕ ਨਿਊਜ਼ੀਲੈਂਡ ਵੀ ਆ। ਹੁਣ ਜੋ ਜਿਹੜੀਆਂ ਮੁੱਢਲੀਆਂ ਖਬਰਾਂ ਆ ਰਹੀਆਂ ਨੇ, ਉਹ ਉੱਥੋਂ ਇਹ ਪਤਾ ਲੱਗਦਾ ਕਿ ਇਹ ਜਿਹੜਾ 5 ਆਈਜ਼ ਆ, ਇਹ ਇੱਕ ਜੁਆਇੰਟ ਆਪਰੇਸ਼ਨ ਸੀ। ਇਸ ਜੁਆਇੰਟ ਆਪਰੇਸ਼ਨ ਦੇ ਵਿੱਚ ਇਹਨਾਂ ਨੇ ਇਹ ਸਾਰਾ ਕੁਝ ਪਤਾ ਲਾਇਆ ਕਿ ਉਹ ਪੁਖਤਾ ਸਬੂਤ ਨੇ, ਨਹੀਂ ਪੁਖਤਾ ਸਬੂਤ ਨੇ, ਤਾਂ ਖੈਰ ਬਾਅਦ ਚ ਪਤਾ ਲੱਗੂਗਾ। ਔਰ G20 ਦਾ ਜਦੋਂ ਸੰਮੇਲਨ ਹੋ ਰਿਹਾ ਸੀ, ਸਮਿਟ ਹੋ ਰਹੀ ਸੀ, ਉਸ ਵਕਤ ਇਹ ਮੁਲਕ ਚਾਹੁੰਦੇ ਸੀ, ਖਾਸ ਤੌਰ ਤੇ ਕੈਨੇਡਾ ਚਾਹੁੰਦਾ ਸੀ ਕਿ ਇਸ ਦੀ ਇੱਕ ਜੁਆਇੰਟ ਜਿਹੜੀ ਸਟੇਟਮੈਂਟ ਆ ਉਹ ਜਾਰੀ ਕੀਤੀ ਜਾਵੇ। ਪਰ ਬਾਕੀ ਸਾਰੇ ਜਿਹੜੇ ਮੁਲਕ ਸੀ ਉਹ ਇਸ ਗੱਲ ਤੇ ਪੂਰੀ ਤਰ੍ਹਾਂ ਸਹਿਮਤੀ ਨਹੀਂ ਬਣਾ ਸਕੇ। ਹਾਲਾਂਕਿ ਉਹ ਆਪਣਾ ਸਮਰਥਨ ਜਾਰੀ ਰੱਖ ਰਹੇ ਨੇ, ਪਰ ਜਦੋਂ ਇੱਕ ਜੁਆਇੰਟ ਸਟੇਟਮੈਂਟ ਦੀ ਗੱਲ ਆਸੀ, ਸਾਰੇ ਪਿੱਛੇ ਹਟ ਗਏ। ਉਹ ਆਪਾਂ ਨੂੰ ਕਾਰਨ ਪਤਾ ਹੀ ਹੈ ਕਿ ਇਹ ਜਿੰਨਾ ਸਿੱਧਾ ਮਾਮਲਾ ਲੱਗਦਾ ਉਹਨਾਂ ਸਿੱਧਾ ਹੋਣਾ ਨਹੀਂ। ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡਾ ਨੂੰ ਕਾਫੀ ਜਿੱਦੋਜਹਿਦ ਕਰਨੀ ਪੈਣੀ ਹੈ। ਜੀ ਵਾਸੂ ਜੀ। ਤੇ ਮਨਪ੍ਰੀਤ ਜੀ, ਪੰਜਾਬ ਦੇ ਵਿੱਚ ਵੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਰਿਐਕਟ ਕਰ ਰਹੀਆਂ ਨੇ। ਬਿਲਕੁਲ, ਦੇਖੋ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੋ ਜਸਟਿਨ ਟਰੂਡੋ ਦੇ ਦਾਅਵੇ ਨੇ ਉਹ ਬਿਲਕੁਲ ਨਿਰਾਧਾਰ ਨੇ, ਬੇਸਲੈਸ ਨੇ, ਇਹਨਾਂ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਐਵੀਡੈਂਸ ਜਾਂ ਸਬੂਤ ਨਹੀਂ ਹੈ, ਜਾਂ ਖੋਖਲਾ ਕਹਿੰਦੇ ਆ। ਖੈਰ ਉਹ ਤਾਂ ਉਹਨਾਂ ਨੇ ਦੇਣਾ। ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਇੱਥੋਂ ਦਾ ਜੋ ਯੂਨਿਟ ਆ, ਉਹ ਤਾਂ ਆਪਾਂ ਨੂੰ ਪਤਾ ਹੀ ਹੈ, ਜੋ ਭਾਰਤ ਸਰਕਾਰ ਕਹੇਗੀ ਉਸੇ ਤਰ੍ਹਾਂ ਦਾ ਉਹਨਾਂ ਦਾ ਰੁਖ ਹੋਏਗਾ। ਪਰ ਜਿਹੜੇ ਅਹਿਮ ਬਿਆਨ ਨੇ, ਉਹ ਬਿਆਨ ਆਏ ਨੇ, ਇੱਕ ਤਾਂ ਆਇਆ SGPC ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਦੂਸਰਾ ਆਇਆ ਸ਼੍ਰੋਮਣੀ ਅਕਾਲੀ ਦਲ ਵੱਲੋਂ, ਤੇ ਤੀਸਰਾ ਆਇਆ ਦਲ ਖਾਲਸਾ ਦੇ ਕੰਵਰਪਾਲ ਸਿੰਘ ਵੱਲੋਂ। ਇਹਨਾਂ ਨੇ ਇੱਕ ਗੱਲ ਕਹੀ ਆ ਕਿ ਠੀਕ ਹੈ, ਇਹ ਇਲਜ਼ਾਮ ਲੱਗਾ ਔਰ ਭਾਰਤ ਸਰਕਾਰ ਨੂੰ ਇਹਨਾਂ ਨੂੰ ਸਿਰੇ ਤੋਂ, ਇਹਨਾਂ ਇਲਜ਼ਾਮਾਂ ਤੋਂ ਸਿਰੇ ਤੋਂ ਨਕਾਰਨਾ ਨਹੀਂ ਚਾਹੀਦਾ, ਇਹਦੀ ਤਫਤੀਸ਼ ਕਰਨੀ ਚਾਹੀਦੀ ਹੈ, ਕਿਉਂਕਿ ਇਹਦੇ ਵਿੱਚ ਬਹੁਤ ਸਾਰਾ ਜਿਹੜਾ ਸਿੱਖ ਭਾਈਚਾਰਾ ਵਿਦੇਸ਼ੀ ਧਰਤੀਆਂ ਤੇ ਰਹਿੰਦਾ ਔਰ ਖਾਸ ਤੌਰ ਤੇ ਕੈਨੇਡਾ ਦੇ ਵਿੱਚ ਰਹਿੰਦਾ, ਉਹਨਾਂ ਦਾ ਜੀਵਨ ਇਹਦੇ ਨਾਲ ਸਿੱਧਾ ਪ੍ਰਭਾਵਿਤ ਹੁੰਦਾ। ਸੋ ਇਸ ਕਰਕੇ ਇਸ ਮਾਮਲੇ ਨੂੰ ਇੰਨਾ ਹਲਕੇ ਦੇ ਵਿੱਚ ਨਾ ਲਿਆ ਜਾਵੇ। ਕੰਵਰਪਾਲ ਸਿੰਘ ਦਲ ਖਾਲਸਾ, ਉਹਨਾਂ ਨੇ ਤਾਂ ਬਲਕਿ ਇੱਥੋਂ ਤੱਕ ਕਿਹਾ ਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ 3 ਕਤਲ ਹੋਏ ਨੇ ਅਲੱਗ-ਅਲੱਗ ਮੁਲਕਾਂ, ਇੱਕ ਪਾਕਿਸਤਾਨ ਦੇ ਵਿੱਚ ਹੋਇਆ, ਇਸੇ ਤਰ੍ਹਾਂ ਇੱਕ UK ਦੇ ਵਿੱਚ ਹੋਇਆ, ਔਰ ਉਸ ਤੋਂ ਬਾਅਦ ਇੱਕ ਕੈਨੇਡਾ ਦੇ ਵਿੱਚ ਹੋਇਆ, ਇਹ ਵੀ ਆਪਸ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੇ ਤਾਰ ਜੁੜਦੇ ਨੇ। ਸੋ ਇਹਨਾਂ ਚੀਜ਼ਾਂ ਉੱਤੇ ਗੌਰ ਕੀਤਾ ਜਾਣਾ, ਕਿਉਂਕਿ ਇਹਦੇ ਨਾਲ ਜਿਹੜਾ ਸਿੱਖ ਭਾਈਚਾਰਾ ਬਾਹਰ ਰਹਿੰਦਾ, ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੈਦਾ ਆ ਸਕਦੀਆਂ ਨੇ। ਠੀਕ ਹੈ, ਡਿਪਲੋਮੈਟਿਕ ਚੀਜ਼ਾਂ ਨੇ ਇਹ, ਪਰ ਨਾਲ ਦੀ ਨਾਲ ਇਸ ਪਿੱਛੇ ਜੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਈ ਗੱਲ ਕਹੀ ਆ, ਇਹ ਅਮਰਪਾਲ ਸਿੰਘ ਹੋਣਾ ਦਾ ਕਹਿਣਾ, ਤੇ ਕਹਿੰਦੇ ਉਹਨਾਂ ਨੇ ਕਿਸੇ ਆਧਾਰ ਤੇ ਇਹ ਗੱਲ ਕੀਤੀ ਹੋਣੀ ਹੈ। ਬਾਕੀ ਜਿਹੜਾ SGPC ਔਰ ਸ਼੍ਰੋਮਣੀ ਅਕਾਲੀ ਦਲ ਆ, ਉਹਨਾਂ ਦੀਆਂ ਸਟੇਟਮੈਂਟਾਂ ਉਹਨਾਂ ਨੇ ਬੜੇ ਬਚ-ਬਚ ਕੇ ਤੇ ਬੜੀਆਂ ਕੌਸ਼ੀਅਸ ਸਟੇਟਮੈਂਟਸ ਦਿੱਤੀਆਂ ਨੇ, ਤਾਂ ਕਿ ਇੱਥੇ ਭਾਰਤ ਦੇ ਵਿੱਚ ਰਹਿੰਦੇ ਹੋਏ ਕਿਤੇ ਉਹ ਭਾਰਤ ਸਰਕਾਰ ਨੂੰ ਕੋਈ ਨਾਰਾਜ਼ਗੀ ਨਾ ਦੇ ਦੇਣ। ਜੀ ਵਾਸੂ ਜੀ। ਮਨਪ੍ਰੀਤ ਜੀ, ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ, ਉਹਨਾਂ ਦਾ ਇਹ ਕਹਿਣਾ ਵੀ ਇਲੈਕਸ਼ਨ ਤੋਂ ਪਹਿਲਾਂ ਭਾਜਪਾ ਨਾਲ ਕਿਸੇ ਤਰ੍ਹਾਂ ਦਾ ਕੋਈ ਗੱਠਜੋੜ ਹੋ ਜਾਏ, ਪ੍ਰੀ ਪੋਲ ਅਲਾਇੰਸ ਹੋ ਜਾਏ, ਇਹਦੀ ਸੰਭਾਵਨਾ ਨੂੰ ਕਹਿੰਦੇ ਪੂਰੀ ਤਰ੍ਹਾਂ ਖਾਰਜ ਨਹੀਂ ਕੀਤਾ ਜਾ ਸਕਦਾ। ਪਰ ਦੂਜੇ ਪਾਸੇ ਕਾਂਗਰਸ ਦਾ ਕੋਈ ਅਲਾਇੰਸ ਆਮ ਆਦਮੀ ਪਾਰਟੀ ਨਾਲ ਹੋ ਸਕਦਾ ਕਿ ਨਹੀਂ, ਇਹਨੂੰ ਲੈ ਕੇ ਪੰਜਾਬ ਕਾਂਗਰਸ ਦੇ ਵਿੱਚ ਸਹਿਮਤੀ ਨਹੀਂ ਬਣ ਰਹੀ। ਬਿਲਕੁਲ ਇਹ ਗੱਲ ਠੀਕ ਹੈ। ਤੁਸੀਂ ਦੇਖੋ ਵਾਸੂ ਜੀ, ਇਸ ਉੱਤੇ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਜਾਂ ਭਾਰਤੀ ਜਨਤਾ ਪਾਰਟੀ ਉਹ ਲੋਕਾਂ ਨੂੰ ਵੀ ਇਸੇ ਇੱਕ ਤਰ੍ਹਾਂ ਦਾ ਸ਼ਸ਼ੋਪੰਜ ਦੇ ਵਿੱਚ ਰੱਖਣਾ ਚਾਹੁੰਦੀਆਂ ਨੇ,
ਔਰ ਉਹਨਾਂ ਨੂੰ ਇਹ ਗੱਲ ਸੂਟ ਵੀ ਕਰਦੀ ਹੈ। ਜੇ ਆਪਸ ਦੇ ਵਿੱਚ ਗੱਠਜੋੜ ਹੁੰਦਾ ਵੀ ਹੈ ਜਾਂ ਨਹੀਂ ਹੁੰਦਾ, ਤਾਂ ਘੱਟੋ ਘੱਟ ਚਰਚਾ ਦਾ ਵਿਸ਼ਾ ਤਾਂ ਬਣੂਗਾ। ਹੁਣ ਤੁਸੀਂ ਇੱਕ ਚੀਜ਼ ਦੇਖੋ, ਪ੍ਰੇਮ ਸਿੰਘ ਚੰਦੂਮਾਜਰਾ ਇਹ ਰਾਏਕੋਟ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ, ਤੇ ਉਹਨਾਂ ਨੇ ਅਮੂਮਨ ਜਿਵੇਂ ਆਮ ਸਵਾਲ ਪੁੱਛਿਆ ਜਾਂਦਾ, ਉਹਨਾਂ ਨੇ ਪੁੱਛ ਲਿਆ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਤੁਹਾਡਾ ਕੋਈ ਗੱਠਜੋੜ ਸੰਨ 2024 ਦੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਨੇ ਉਸ ਤੋਂ ਪਹਿਲਾਂ ਹੋਊਗਾ? ਇਹਨਾਂ ਨੇ ਕਹਿੰਦੇ ਜੀ ਸੰਭਾਵਨਾ ਹੈਗੀ ਆ, ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਔਰ ਪੋਲਿਟਿਕਸ ਦੇ ਵਿੱਚ, ਸਿਆਸਤ ਦੇ ਵਿੱਚ ਕੋਈ ਵੀ ਸੰਭਾਵਨਾ ਬਣ ਸਕਦੀ ਹੈ। ਸੋ ਇਸ ਤਰ੍ਹਾਂ ਦਾ ਗੋਲ-ਮੋਲ ਜਿਹਾ ਜਵਾਬ ਦਿੱਤਾ, ਤਾਂ ਕਿ ਕਈ ਵਾਰੀ ਸਿਆਸਤਦਾਨ ਹੁੰਦੇ ਨੇ, ਦੇ ਵਾਂਟ ਟੂ ਕੀਪ देयर ਪॉट ਬੋਇਲਿੰਗ, ਉਸ ਦਾ ਕੋਈ ਨਾ ਕੋਈ ਅਸਰ ਚੱਲਦਾ ਰਹੇ। ਇਸੇ ਤਰ੍ਹਾਂ ਕਾਂਗਰਸ ਦੀ ਗੱਲ ਤੁਸੀਂ ਕਰ ਰਹੇ ਹੋ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਰਵਨੀਤ ਸਿੰਘ ਬਿੱਟੂ ਆ ਜਾਂ ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਆ, ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਕਹੀ ਹੈ ਕਿ ਜੋ ਸੀਨੀਅਰ ਲੀਡਰਸ਼ਿਪ ਆ ਉਹਦੇ ਨਾਲ ਜਾਣਾ ਚਾਹੀਦਾ, ਜੋ ਉਹ ਕਹਿ ਰਹੇ ਨੇ, ਜਾਂ ਇੰਡੀਆ ਅਲਾਈਅੰਸ ਦੀ ਗੱਲ ਚੱਲ ਰਹੀ ਹੈ। ਪਰ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਵਾ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਦੇ ਖਿਲਾਫ ਨੇ। ਉਹ ਕਹਿੰਦੇ ਆਮ ਆਦਮੀ ਪਾਰਟੀ ਦੇ ਨਾਲ ਅਸੀਂ ਕਿਸੇ ਤਰ੍ਹਾਂ ਦਾ ਕੋਈ ਅਲਾਈਅੰਸ ਨਹੀਂ ਕਰਨਾ, ਤੇ ਇਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਹੈਦਰਾਬਾਦ ਬੁਲਾਇਆ ਸੀ, ਤੇਲੰਗਾਨਾ ਬੁਲਾਇਆ ਸੀ, ਉੱਥੇ ਇੱਕ ਰੈਲੀ ਸੀ, ਔਰ ਇਸ ਦੌਰਾਨ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਸ਼ਾਇਦ ਪਾਰਟੀ ਕੋਈ ਕਲੈਰਿਟੀ ਦੇਗੀ, ਸੀਨੀਅਰ ਲੀਡਰਸ਼ਿਪ, ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਅਲਾਈਅੰਸ ਕਰਨਾ ਜਾਂ ਨਹੀਂ ਕਰਨਾ। ਪਰ ਉਹ ਕਲੈਰਿਟੀ ਅੰਦਰ ਖਾਤੇ ਜ਼ਰੂਰ ਕਹਿ ਦਿੱਤਾ ਗਿਆ ਕਿ ਤੁਸੀਂ ਜਾ ਕੇ 13 ਦੀਆਂ 13 ਸੀਟਾਂ ਤੇ ਤਿਆਰੀ ਕਰੋ, ਪਰ ਇਹ ਨਹੀਂ ਗੱਲ ਕਹੀ ਗਈ ਕਿ ਤੁਸੀਂ ਅਲਾਈਅੰਸ ਕਰਨਾ ਜਾਂ ਨਹੀਂ ਕਰਨਾ, ਕਿਉਂਕਿ ਹੋ ਸਕਦਾ ਸੀਨੀਅਰ ਲੀਡਰਸ਼ਿਪ ਵੀ ਇਸ ਟਾਈਮ ਕਿਸੇ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਬਿਆਨ ਨਹੀਂ ਦੇਣਾ ਚਾਹੁੰਦੀ ਜਿਸ ਨਾਲ ਆਪਸੀ ਸਬੰਧ ਜਾਂ ਇੰਡੀਆ ਅਲਾਈਅੰਸ ਦੇ ਵਿੱਚ ਕਿਸੇ ਤਰ੍ਹਾਂ ਦੀਆਂ ਤਰੇੜਾਂ ਪੈਂਦੀਆਂ ਹੋਈਆਂ ਦਿਖਾਈ ਦੇਣ। ਹਾਲਾਂਕਿ ਦਿੱਲੀ ਦੇ ਮਾਮਲੇ ਵਿੱਚ ਆਲਰੇਡੀ ਫੈਸਲਾ ਲਿਆ ਜਾ ਚੁੱਕਾ ਕਿ 7 ਦੀਆਂ 7 ਸੀਟਾਂ ਕਾਂਗਰਸ ਆਪ ਲੜੇਗੀ, ਉਸ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਅਲਾਈਅੰਸ ਨਹੀਂ ਹੋਏਗਾ। ਜੀ ਵਾਸੂ ਜੀ। ਤੇ ਮਨਪ੍ਰੀਤ ਜੀ, ਕਾਂਗਰਸ ਦੀ ਸਾਬਕਾ ਐਮਐਲਏ ਸਤਕਾਰ ਕੌਰ ਤੇ ਉਹਨਾਂ ਦੇ ਪਤੀ ਨੂੰ 2 ਦਿਨਾਂ ਦੀ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ। ਬਿਲਕੁਲ, ਇਹ ਆਪਾਂ ਨੂੰ ਪਤਾ ਹੀ ਹੈ ਕਿ ਵਿਜੀਲੈਂਸ ਬਿਊਰੋ ਨੇ ਪਹਿਲਾਂ ਲਗਭਗ 1 ਸਾਲ ਤਹਿਕੀਕਾਤ ਕਰਨ ਤੋਂ ਬਾਅਦ ਜਦੋਂ ਪਾਇਆ ਕਿ 4.5 ਕਰੋੜ ਦੇ ਇਹਨਾਂ ਦੇ ਐਕਸਪੈਂਸਿਸ ਨੇ, ਜਦਕਿ ਇਹਨਾਂ ਦੀ ਜਿਹੜੀ ਇਨਕਮ ਆ ਉਹ ਕੇਵਲ 1.5 ਕਰੋੜ ਦੀ ਆ, ਡਿਫਰੈਂਸ ਬਹੁਤ ਆ। ਔਰ ਜਿਸ ਨੂੰ ਐਕਸਪਲੇਨ ਕਰਨ ਦੇ ਵਿੱਚ ਇਹ ਕਪਲ ਬਿਲਕੁਲ ਨਾਕਾਮਯਾਬ ਰਿਹਾ ਜਾਂ ਅਸਫਲ ਰਿਹਾ, ਇਹ ਗੱਲ ਸਾਨੂੰ ਵਿਜੀਲੈਂਸ ਬਿਊਰੋ ਉਹਨਾਂ ਦੁਆਰਾ ਪਤਾ ਲੱਗੀ ਹੈ। ਉਸ ਤੋਂ ਬਾਅਦ ਇਹਨਾਂ ਨੇ ਇਹਨਾਂ ਦਾ ਪੁਲਿਸ ਰਿਮਾਂਡ ਕੋਰਟ ਤੋਂ ਮੰਗਿਆ, ਤੇ 2 ਦਿਨ ਦਾ ਇਹਨਾਂ ਦਾ ਪੁਲਿਸ ਰਿਮਾਂਡ ਹੋ ਗਿਆ ਸਤਕਾਰ ਕੌਰ ਦਾ, ਤੇ ਨਾਲ ਹੀ ਇਹਨਾਂ ਦੇ ਹਸਬੈਂਡ ਦਾ। ਹੁਣ ਦੇਖਦੇ ਆ ਕਿ ਇਸ ਦੌਰਾਨ ਇਹਨਾਂ ਦੀ ਕੀ ਪੁੱਛਗਿੱਛ ਕੀਤੀ ਜਾਂਦੀ ਆ ਜਾਂ ਕਿਹੜੇ-ਕਿਹੜੇ ਸਵਾਲਾਂ ਦੇ ਜਵਾਬ ਇਹਨਾਂ ਤੋਂ ਮੰਗੇ ਜਾਂਦੇ ਆ। ਜੀ ਵਾਸੂ ਜੀ। ਤੇ ਮਨਪ੍ਰੀਤ ਜੀ, ਜਿਸ ਤਰ੍ਹਾਂ ਉਮੀਦ ਕੀਤੀ ਜਾ ਰਹੀ ਸੀ, ਪਾਰਲੀਮੈਂਟ ਦੇ ਵਿੱਚ ਵਿਮਨਸ ਰਿਜ਼ਰਵੇਸ਼ਨ ਬਿੱਲ ਪੇਸ਼ ਕਰ ਦਿੱਤਾ ਗਿਆ। ਦੇਖੋ, ਵਿਮਨ ਰਿਜ਼ਰਵੇਸ਼ਨ ਬਿੱਲ ਤਾਂ ਪਾਸ ਜਿਹੜਾ ਹੈਗਾ ਪੇਸ਼ ਕਰ ਦਿੱਤਾ ਗਿਆ, ਬਲਕਿ ਉਹਨੂੰ ਉੱਥੇ ਪ੍ਰੈਜ਼ੈਂਟ ਕਰ ਦਿੱਤਾ ਗਿਆ, ਪਰ ਇਸ ਦੇ ਵਿੱਚ ਬਹੁਤ ਸਾਰੇ ਪੇਚ ਫਸੇ ਹੋਏ ਨੇ। ਹੁਣ ਤੁਸੀਂ ਦੇਖੋ, ਅੱਜ ਇਸ ਤੇ ਬਹਿਸ ਹੋਣੀ ਆ। ਲਗਭਗ 27 ਸਾਲ 30 ਸਾਲ ਹੋ ਗਏ ਜਦੋਂ ਤੋਂ ਇਹ ਲਗਾਤਾਰ ਮਾਮਲਾ ਲਟਕ ਰਿਹਾ। ਕਿਸੇ ਵੇਲੇ ਇਹ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ, ਉਦੋਂ ਵੀ ਇਹ ਮਾਮਲਾ ਉਛਲਿਆ ਸੀ। ਇਸ ਤੋਂ ਬਾਅਦ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਰਹੀ, ਉਦੋਂ ਵੀ ਇਹ ਮਾਮਲਾ ਲਿਆਂਦਾ ਗਿਆ। ਇਹ ਗੱਲਾਂ ਕਹਿ ਲੈਣੀਆਂ ਬੜੀਆਂ ਸੌਖੀਆਂ ਨੇ। ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਕਿ ਸ਼ਾਇਦ ਇਹਦੇ ਨਾਲ ਕੋਈ ਔਰਤਾਂ ਦਾ ਸਮਰਥਨ ਮਿਲ ਜੂਗਾ ਉਹਨਾਂ ਨੂੰ। ਔਰ ਤੁਸੀਂ ਦੇਖੋ, ਹਜੇ ਤੱਕ ਇਸ ਦੇ ਵਿੱਚ ਕਲੈਰਿਟੀ ਨਹੀਂ ਆ ਕਿ ਇਹ ਸੰਨ 2029 ਦੇ ਵਿੱਚ ਜਾ ਕੇ ਇਹਨੂੰ ਲਾਗੂ ਹੋਣਾ ਕਿ ਸੰਨ 2034 ਦੇ ਵਿੱਚ ਲਾਗੂ ਹੋਣਾ, ਕੋਈ ਕਲੈਰਿਟੀ। ਕਾਰਨ ਇਹ ਆ ਕਿ ਜਿਹੜੀ ਰਿਜ਼ਰਵੇਸ਼ਨ ਆ ਇਹ ਕਿਸੇ ਸਰਵੇ ਤੇ ਆਧਾਰਿਤ ਆ। ਹਜੇ ਤੱਕ ਸੰਨ 2021 ਦਾ ਜਿਹੜਾ ਸੈਂਸਸ ਆ, ਜਨਰਲ ਸੈਂਸਸ ਪੋਪੂਲੇਸ਼ਨ ਦਾ, ਉਹ ਨਹੀਂ ਹੋਇਆ। ਫਿਰ ਜਿਹੜੀ ਜਾਤੀ ਆਧਾਰ ਗਣਨਾ, ਜਨਗਣਨਾ ਜਿਹਨੂੰ ਆਪਾਂ ਕਹਿੰਦੇ ਆ, ਸੈਂਸਸ ਕਹਿੰਦੇ ਆ, ਉਹ ਹਜੇ ਤੱਕ ਨਹੀਂ ਹੋਈ। ਤੇ ਰਿਜ਼ਰਵੇਸ਼ਨ ਹੈ ਜਿਹੜੀ ਜਾਂ ਰਾਖਵਾਂ ਕਰਨਾ, ਉਹ ਫਿਕਸ ਕਿਸ ਤਰ੍ਹਾਂ ਕਰਨਾ ਕਿ ਕਿਸ ਕਮਿਊਨਿਟੀ ਨੂੰ ਕਿੰਨੇ ਕੋਟੇ ਦੇ ਹਿਸਾਬ ਨਾਲ ਅਸੀਂ ਰਿਜ਼ਰਵੇਸ਼ਨ ਦੇਣੀ ਆ। ਸੋ ਇਹ ਸਾਰੇ ਬਹੁਤ ਸਾਰੇ ਵੱਡੇ ਮਸਲੇ ਨੇ। ਲੱਗਦਾ ਏਦਾਂ ਕਿ ਭਾਰਤੀ ਜਨਤਾ ਪਾਰਟੀ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇਹ ਦੱਸਣਾ ਚਾਹੁੰਦੀ ਆ ਕਿ ਅਸੀਂ ਔਰਤਾਂ ਦੇ ਬੜੇ ਹਮਾਇਤੀ ਆ ਤੇ ਅਸੀਂ ਉਹਨਾਂ ਲਈ ਰਾਖਵਾਂਕਰਨ ਦੇਵਾਂਗੇ। ਪਰ ਨਾਲ ਦੀ ਨਾਲ ਤੁਸੀਂ ਦੇਖੋ, ਪਿਛਲੇ ਦਿਨਾਂ ਦੇ ਵਿੱਚ ਔਰਤਾਂ ਦੇ ਮਸਲੇ ਨੂੰ ਲੈ ਕੇ ਜੋ ਭਾਰਤੀ ਜਨਤਾ ਪਾਰਟੀ ਦੀ ਫਜ਼ੀਅਤ ਹੋਈ ਆ, ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ। ਜੀ ਵਾਸੂ ਜੀ। ਤੇ ਮਨਪ੍ਰੀਤ ਜੀ, ਜੋ ਮੋਗਾ ਦੇ ਨੇੜੇ ਕਾਂਗਰਸ ਦੇ ਬਲਾਕ ਪ੍ਰੈਜ਼ੀਡੈਂਟ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ, ਉਸ ਮਾਮਲੇ ਦੇ ਵਿੱਚ ਹੁਣ ਪੁਲਿਸ ਵੱਲੋਂ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਬਿਲਕੁਲ, ਇਹ 3 ਵਿਅਕਤੀ ਉਹਨਾਂ ਨੇ ਫੜੇ ਆ, ਜਾਂ ਪੁਲਿਸ ਨੇ ਇਹ ਕਲੇਮ ਕੀਤਾ ਕਿ ਇਹਨਾਂ 3 ਵਿਅਕਤੀਆਂ ਨੇ ਅਰਸ਼ ਡੱਲਾ, ਉਹ ਇੱਕ ਗੈਂਗਸਟਰ, ਉਹਦੇ ਕਹਿਣ ਤੇ ਇਹਨਾਂ ਨੇ ਇਸ ਬਲਾਕ ਪ੍ਰੈਜ਼ੀਡੈਂਟ ਦਾ ਬਰਜਿੰਦਰ ਸਿੰਘ ਉਰਫ ਬੱਲੀ, ਇਹਦਾ ਕਤਲ ਕੀਤਾ ਔਰ ਘਰੇ ਆ ਕੇ ਕਤਲ ਕੀਤਾ। ਬਲਕਿ ਇਹ ਵੀ ਪਤਾ ਲੱਗਾ ਕਿ ਇਹਦੀ ਇੱਕ ਵੀਡੀਓ ਵੀ ਬਣਾਈ ਗਈ ਆ। ਹੁਣ ਵੀਡੀਓ ਕਿਸ ਪਰਪਸ ਲਈ ਸੀ? ਲੋਕਾਂ ਨੂੰ ਡਰਾਉਣ ਲਈ ਸੀ, ਜਾਂ ਜਿਹੜੇ ਆਪਣੇ ਆਕਾ ਜਿਨ੍ਹਾਂ ਨੇ ਇਹ ਹੁਕਮ ਦਿੱਤਾ ਸੀ ਕਿ ਜਾ ਕੇ ਕਤਲ ਕਰ ਦੋ, ਉਹਨਾਂ ਨੂੰ ਦੱਸਣ ਲਈ ਸੀ? ਇਹ ਸਾਰਾ ਕੁਝ। ਸੋ ਦੇਖਦੇ ਆ
ਕਿ ਜਿਹੜੇ ਇਹ 3 ਵਿਅਕਤੀ ਫੜੇ ਗਏ ਨੇ, ਇਹ ਤਾਂ ਚਲੋ ਠੀਕ ਹੈ, ਕੀ ਦੱਸਦੇ ਨੇ ਕਿ ਵਾਕਿਆ ਇਹੀ ਸਹੀ ਵਿਅਕਤੀ ਨੇ ਜਾਂ ਪੁਲਿਸ ਨੂੰ ਲੱਗਦਾ ਸੀ ਕਿ ਪ੍ਰੈਸ਼ਰ ਬਹੁਤ ਆ। ਪਰ ਹਾਂ, ਇਸ ਕੇਸ ਦੇ ਵਿੱਚ ਇੱਕ ਨਵਾਂ ਮੋੜ ਜ਼ਰੂਰ ਆਇਆ ਜਦੋਂ ਇਹ 3 ਵਿਅਕਤੀਆਂ ਨੂੰ ਫੜ ਲਿਆ ਗਿਆ। ਇਹ ਪੁਲਿਸ ਦਾ ਦਾਅਵਾ। ਜੀ ਵਾਸੂ ਜੀ। ਮਨਪ੍ਰੀਤ ਜੀ, ਇਹਨਾਂ ਸਾਰੀਆਂ ਖਬਰਾਂ ਲਈ, ਇਸ ਐਨਾਲਿਸਿਸ ਲਈ ਤੁਹਾਡਾ ਬਹੁਤ ਧੰਨਵਾਦ ਜੀ। ਕੱਲ ਫਿਰ ਗੱਲਬਾਤ ਹੋਏਗੀ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਵਾਸੂ ਜੀ।